नमस्कार साथियों। रीड ਦੇ ਲੈਵਲ 1 ਅਤੇ ਲੈਵਲ 2 ਦੇ ਅੰਦਰ ਆਪਾਂ ਪੰਜਾਬੀ ਲੈਂਗੁਏਜ ਦੇ ਅੰਦਰ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਸਿੱਖਿਆ ਸ਼ਾਸਤਰ ਤੋਂ ਸੰਬੰਧਿਤ ਪੜ੍ਹ ਰਹੇ ਸੀ ਤੇ ਉਸ ਦੇ ਅੰਦਰ ਆਪਣੇ ਟੌਪਿਕ ਚੱਲ ਰਹੇ ਸਨ ਸਕਿੱਲ ਦੇ ਬਾਰੇ, ਕੌਸ਼ਲ ਦੇ ਬਾਰੇ। ਇਸ ਅੱਜ ਤੋਂ ਪਹਿਲੇ ਆਪਾਂ ਜਿਹੜੀ ਵੀਡੀਓ ਦੇ ਅੰਦਰ ਆਪਾਂ ਦੇਖਿਆ ਸੀ ਉਸ ਦੇ ਅੰਦਰ 3 ਕੌਸ਼ਲ ਨੇ ਜਿਨ੍ਹਾਂ ਦੇ ਅੰਦਰ ਬੋਲਚਾਲ ਦਾ ਕੌਸ਼ਲ, ਲਿਖਤ ਦਾ ਕੌਸ਼ਲ ਅੱਜ ਆਪਾਂ ਦੇਖਣਾ ਹੈ, ਪੜ੍ਹਨ ਦਾ ਕੌਸ਼ਲ ਤੇ ਇਸ ਦੇ ਨਾਲ ਨਾਲ ਸੁਣਨ ਦਾ ਕੌਸ਼ਲ। ਇਹ 3 ਆਪਾਂ ਕੌਸ਼ਲ ਦੇ ਬਾਰੇ ਯਾਨੀ ਸਕਿੱਲ ਦੇ ਬਾਰੇ ਦੇਖ ਚੁੱਕੇ ਹਾਂ, ਪਰ ਅੱਜ ਦੀ ਇਸ ਕਲਾਸ ਦੇ ਅੰਦਰ ਆਪਾਂ ਲਿਖਤ ਕੌਸ਼ਲ ਹੈ ਜਿਹੜਾ ਉਸ ਦੇ ਬਾਰੇ ਗੱਲਬਾਤ ਕਰਨੀ ਹੈ। ਤਾਂ ਆਓ ਸਾਥੀਓ ਦੇਖਦੇ ਹਾਂ ਆਪਾਂ ਲਿਖਣ ਕੌਸ਼ਲ ਦੀ ਸਿੱਖਿਆ ਦੇ ਬਾਰੇ। ਸਭ ਤੋਂ ਪਹਿਲੇ ਤਾਂ ਆਪਾਂ ਦੇਖਾਂਗੇ ਕਿ ਲਿਖਣ ਕੌਸ਼ਲ ਦੀ ਸਿੱਖਿਆ ਹੈ ਕੀ। ਆਪਾਂ ਜਦੋਂ ਲਿਖਣ ਕੌਸ਼ਲ ਦੀ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਬੱਚੇ ਵਿੱਚ ਲਿਖਣ ਦੀ ਯੋਗਤਾ ਦਾ ਵਿਕਾਸ ਕਰਨਾ ਤੇ ਉਸ ਦੇ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾਉਣਾ, ਸਧਾਰਨ ਰੂਪ ਵਿੱਚ ਲਿਖਤ ਨੂੰ ਪ੍ਰਵੀਨਤਾ ਵਿੱਚ ਢਾਲਣਾ, ਯਾਨੀ ਜਿਹੜਾ ਲਿਖਣ ਕੌਸ਼ਲ ਹੈ। ਦੇਖੋ ਆਪਾਂ ਸ਼ੁਰੂ ਦੇ ਅੰਦਰ ਜਿਹੜੇ ਪੜ੍ਹ ਕੇ ਆਏ ਸੀ ਤਾਂ ਉਸ ਦੇ ਅੰਦਰ ਆਪਾਂ ਨੂੰ ਮਿਲਿਆ ਸੀ ਸਭ ਤੋਂ ਪਹਿਲੇ ਬੋਲਚਾਲ, ਫਿਰ ਉਸ ਤੋਂ ਬਾਅਦ ਆਇਆ ਸੀ ਸੁਣਨਾ, ਫਿਰ ਉਸ ਤੋਂ ਬਾਅਦ ਆਪਾਂ ਜੋ ਪੜ੍ਹਿਆ ਸੀਗਾ ਉਸ ਦੇ ਅੰਦਰ ਆ ਗਿਆ ਸੀ ਪੜ੍ਹਨਾ ਤੇ ਹੁਣ ਆ ਗਿਆ ਲਿਖਣਾ। ਲਿਖਣਾ ਯਾਨੀ ਜਿਹੜੇ ਬੱਚੇ ਦੇ ਅੰਦਰ ਇੱਕ ਇਸ ਪ੍ਰਕਾਰ ਦੀ ਯੋਗਤਾ ਹੈ ਨੂੰ ਵੀ ਵਿਕਸਿਤ ਕਰਨਾ ਹੁੰਦਾ ਹੈ ਇੱਕ ਟੀਚਰ ਨੇ, ਜਿਸ ਦੇ ਰਾਹੀਂ ਉਹ ਬੱਚਾ ਆਪਣੇ ਵਿਚਾਰਾਂ ਨੂੰ ਦੂਜਿਆਂ ਤੱਕ ਠੀਕ ਤਰੀਕੇ ਨਾਲ ਪਹੁੰਚਾ ਸਕੇ। ਯਾਨੀ ਲਿਖਣ ਦਾ ਜਿਹੜਾ ਕੌਸ਼ਲ ਹੈ ਉਹ ਬੱਚਿਆਂ ਦੇ ਅੰਦਰ ਹੋਣਾ ਚਾਹੀਦਾ ਹੈ। ਇਹ ਇੱਕ ਹੁਨਰ, ਇੱਕ ਜੋ ਤਰੀਕਾ ਹੈ, ਉਚਿਤ ਤਰੀਕਾ ਹੈ ਜਿਹੜਾ ਇਹ ਬੱਚੇ ਨੂੰ ਸਿਖਾਉਣਾ ਇੱਕ ਟੀਚਰ ਦਾ ਫਰਜ਼ ਹੁੰਦਾ ਹੈ। ਤਾਂ ਐਸੇ ਨੂੰ ਆਪਾਂ ਲਿਖਤ ਕੌਸ਼ਲ ਆਖ ਦਿੰਦੇ ਹਾਂ, ਯਾਨੀ ਸਹੀ ਤਰੀਕੇ ਨਾਲ ਜੋ ਲਿਖਣ ਦਾ ਢੰਗ ਹੈ ਜਿਹੜਾ ਉਹ ਇੱਕ ਬੱਚੇ ਨੂੰ ਸਿਖਾਉਣਾ। ਸਭ ਤੋਂ ਪਹਿਲੇ ਤਾਂ ਆਪਾਂ ਗੱਲ ਕਰਾਂਗੇ ਕਿ ਲਿਖਣ ਕੌਸ਼ਲ ਦੇ ਉਦੇਸ਼ ਕੀ ਕੀ ਨੇ, ਕਿਉਂਕਿ ਕੋਈ ਵੀ ਕੰਮ ਹੈ ਜਿਹੜਾ ਉਹ ਬਿਨਾਂ ਉਦੇਸ਼ ਤੋਂ ਨਹੀਂ ਹੁੰਦਾ। ਇਸ ਲਈ ਲਿਖਣ ਕੌਸ਼ਲ ਦੇ ਕੁਝ ਉਦੇਸ਼ ਵੀ ਨੇ ਜਿਨ੍ਹਾਂ ਨੂੰ ਆਪਾਂ ਹੇਠ ਲਿਖੇ ਬਿੰਦੂਆਂ ਦੇ ਰਾਹੀਂ ਸਮਝ ਸਕਦੇ ਹਾਂ। ਲਿਖਣ ਕੌਸ਼ਲ ਨੂੰ ਹੇਠ ਲਿਖੇ ਉਦੇਸ਼ਾਂ ਰਾਹੀਂ ਸਮਝਿਆ ਜਾ ਸਕਦਾ ਹੈ। ਇੱਥੇ ਕੁਝ ਉਦੇਸ਼ ਦਿੱਤੇ ਗਏ ਨੇ ਜਿਨ੍ਹਾਂ ਦੇ ਰਾਹੀਂ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਲਿਖਣ ਕੌਸ਼ਲ ਦੇ ਕਿਹੜੇ ਉਦੇਸ਼ ਨੇ ਜਾਂ ਫਿਰ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਲਿਖਣ ਕੌਸ਼ਲ ਦੇ ਸਾਡੇ ਮੰਤਵ ਨੂੰ ਪੂਰੀਆਂ ਕਰਦੀਆਂ ਨੇ। ਸਭ ਤੋਂ ਪਹਿਲੇ ਆ ਜਾਂਦਾ ਆਪਣੇ ਕੋਲ, ਇਸ ਰਾਹੀਂ ਬੱਚਿਆਂ ਦਾ ਸ਼ਬਦ ਭੰਡਾਰ ਅਮੀਰ ਹੁੰਦਾ ਹੈ। ਯਾਨੀ ਇਹਦੇ ਨਾਲ ਕੀ ਹੁੰਦਾ ਹੈ ਕਿ ਬੱਚਿਆਂ ਕੋਲ ਬਹੁਤ ਸਾਰੇ ਸ਼ਬਦ, ਜਿਹੜੇ ਸ਼ਬਦਾਂ ਦਾ ਜਿਹੜਾ ਖਜ਼ਾਨਾ ਹੈ ਉਹ ਅਮੀਰ ਹੁੰਦਾ ਜਾਂਦਾ ਹੈ। ਬਹੁਤ ਜ਼ਿਆਦਾ ਸ਼ਬਦ ਨੇ ਜਿਹੜੇ ਬੱਚੇ ਸਿੱਖ ਜਾਂਦੇ ਨੇ, ਉਹ ਲਿਖਣ ਕੌਸ਼ਲ ਦੇ ਨਾਲ ਹੀ ਹੈ, ਕਿਉਂਕਿ ਲਿਖਣਗੇ ਤਾਂ ਉਹਨਾਂ ਨੂੰ ਸ਼ਬਦਾਂ ਦੀ ਜ਼ਰੂਰਤ ਪਏਗੀ, ਤਾਂ ਉਹਨਾਂ ਦੇ ਸਾਹਮਣੇ ਸ਼ਬਦ ਆਉਣਗੇ ਤਾਂ ਉਹ ਪ੍ਰੈਕਟਿਸ ਦੇ ਰਾਹੀਂ ਬਹੁਤ ਸਾਰੇ ਨਵੇਂ ਸ਼ਬਦ ਨੇ ਜਿਹੜੇ ਉਹ ਸਿੱਖਦੇ ਜਾਣਗੇ। ਦੂਸਰਾ ਆ ਜਾਂਦਾ ਹੈ ਬੱਚਿਆਂ ਵਿੱਚ ਅੱਖਰ ਬੋਧ ਕਰਾਉਣ ਲਈ। ਹੁਣ ਅੱਖਰ ਗਿਆਨ ਜਾਂ ਫਿਰ ਜਿਸ ਨੂੰ ਆਪਾਂ ਧੁਨੀ ਬੋਧ ਵੀ ਕਹਿ ਦਿੰਦੇ ਹਾਂ, ਇਹ ਵਿਆਕਰਣ ਦਾ ਇੱਕ ਟੌਪਿਕ ਹੈ, ਉਸ ਦੀ ਸਮਝ ਵੀ ਲਿਖਣ ਦੇ ਨਾਲ ਹੀ ਬੱਚਿਆਂ ਨੂੰ ਆਉਂਦੀ ਹੈ। ਜੇਕਰ ਬੱਚਾ ਲਿਖੇਗਾ ਤਾਂ ਇਸ ਚੀਜ਼ ਦੀ ਸਮਝ ਵੀ ਬੱਚੇ ਨੂੰ ਆ ਜਾਏਗੀ। ਫਿਰ ਤੀਸਰਾ ਆ ਜਾਂਦਾ ਸਵੈ ਪ੍ਰਗਟਾਅ ਵਿੱਚ ਲਿਖਣ ਕੌਸ਼ਲ ਸਮਰੱਥ, ਯਾਨੀ ਜਦੋਂ ਅਸੀਂ ਆਪਣੇ ਆਪ ਦੇ ਵਿਚਾਰ ਹੁੰਦੇ ਨੇ ਜਿਹੜੇ ਉਹਨਾਂ ਨੂੰ ਜਦੋਂ ਲਿਖਦੇ ਹਾਂ ਤਾਂ ਸਾਡਾ ਲਿਖਣ ਕੌਸ਼ਲ ਹੈ ਜਿਹੜਾ ਹੋਰ ਕਾਰਗਰ ਸਿੱਧ ਹੋ ਜਾਂਦਾ ਹੈ। ਯਾਨੀ ਸਾਡੇ ਨਿੱਜੀ ਜੋ ਗੱਲਾਂ ਬਾਤਾਂ ਹੁੰਦੀਆਂ ਨੇ, ਵਿਚਾਰ ਹੁੰਦੇ ਨੇ, ਉਹਨਾਂ ਨੂੰ ਅਸੀਂ ਲਿਖਤ ਰਾਹੀਂ ਹੀ ਕਿਸੇ ਤੱਕ ਸੁਨੇਹਾ ਪਹੁੰਚਾ ਸਕਦੇ ਹਾਂ। ਫਿਰ ਇੱਕ ਹੋਰ ਆ ਜਾਂਦਾ ਹੈ ਜਿਹੜਾ ਉਦੇਸ਼ ਆਪਾਂ ਕਹਿ ਸਕਦੇ ਹਾਂ ਵਿਆਕਰਨਿਕ ਨਿਯਮਾਂ ਨੂੰ ਸਿਖਾਉਣ ਲਈ। ਹੁਣ ਵਿਆਕਰਣ ਦੇ ਜਿੰਨੇ ਵੀ ਨਿਯਮ ਹੁੰਦੇ ਨੇ ਉਹਨਾਂ ਨੂੰ ਸਿਖਾਉਣ ਦੇ ਲਈ ਵੀ ਲਿਖਣ ਕੌਸ਼ਲ ਦਾ ਜਿਹੜਾ ਉਦੇਸ਼ ਹੈ ਉਹ ਪੂਰਤੀ ਕਰਦਾ ਹੈ। ਯਾਨੀ ਵਿਆਕਰਣ ਦੇ ਜੋ 4 ਟੌਪਿਕ ਨੇ ਜਿਸ ਦੇ ਅੰਦਰ ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ ਤੇ ਅਰਥ ਬੋਧ ਆਪਾਂ ਪੜ੍ਹਦੇ ਹਾਂ, ਜੇਕਰ ਬੱਚਾ ਲਿਖੇਗਾ ਤਾਂ ਉਹਨਾਂ ਨੂੰ ਵਿਹਾਰਿਕ ਤਰੀਕੇ ਨਾਲ ਵਰਤਣਾ ਵੀ ਸਿੱਖ ਜਾਏਗਾ। ਇਸ ਲਈ ਵਿਆਕਰਨਿਕ ਨਿਯਮਾਂ ਨੂੰ ਸਿਖਾਉਣ ਲਈ ਵੀ ਲਿਖਣ ਕੌਸ਼ਲ ਦਾ ਇੱਕ ਉਦੇਸ਼ ਬਣ ਜਾਂਦਾ ਹੈ। ਫਿਰ ਉਸ ਤੋਂ ਬਾਅਦ ਚੱਲ ਜਾਂਦਾ ਲਿਖਣ ਦੀ ਰੁਚੀ ਪੈਦਾ ਕਰਨਾ, ਯਾਨੀ ਬੱਚੇ ਅੰਦਰ ਆਦਤ ਬਣ ਜਾਂਦੀ ਹੈ ਕਿ ਉਹ ਲਿਖੇ, ਤੇ ਅਸੀਂ ਆਪਣੇ ਕੋਈ ਵੀ ਕੰਮ ਨੂੰ ਸਥਾਈ ਤੌਰ 'ਤੇ ਪਰਮਾਨੈਂਟਲੀ ਜੇ ਰੱਖਣਾ ਚਾਹੁੰਦੇ ਹਾਂ ਤਾਂ ਉਹ ਲਿਖਤ ਰਾਹੀਂ ਹੀ ਸੰਭਵ ਹੈ, ਜ਼ੁਬਾਨੀ ਸੰਭਵ ਨਹੀਂ ਹੈ ਸਾਥੀਓ। ਇਸ ਲਈ ਲਿਖ ਕੇ ਹੀ ਅਸੀਂ ਆਪਣੀ ਗੱਲਬਾਤ ਹੈ ਜਿਹੜੀ ਉਹ ਸਥਾਈ ਰੱਖ ਸਕਦੇ ਹਾਂ। ਤਾਂ ਬੱਚੇ ਦੇ ਅੰਦਰ ਲਿਖਣ ਦੀ ਵੀ ਇੱਕ ਹੈਬਿਟ, ਇੱਕ ਆਦਤ ਬਣਦੀ ਹੈ। ਫਿਰ ਉਸ ਤੋਂ ਬਾਅਦ ਆ ਜਾਂਦਾ ਹੈ
ਭਾਸ਼ਾ ਵਿੱਚ ਪ੍ਰਭਾਵਸ਼ਾਲੀ ਢੰਗ ਪੈਦਾ ਕਰਨਾ। ਕੋਈ ਵੀ ਭਾਸ਼ਾ ਹੈ ਜਿਹੜੀ ਉਸ ਦੇ ਅੰਦਰ ਇੱਕ ਪ੍ਰਭਾਵਸ਼ਾਲੀ ਜੇਕਰ ਢੰਗ ਪੈਦਾ ਕਰਨਾ ਹੈ ਤਾਂ ਲਿਖਣ ਕੌਸ਼ਲ ਹੋਣਾ ਚਾਹੀਦਾ ਹੈ। ਬੱਚੇ ਦੇ ਅੰਦਰ ਲਿਖਣ ਦੀ ਰੁਚੀ ਹੋਣੀ ਚਾਹੀਦੀ ਹੈ। ਇਸ ਉਦੇਸ਼ ਦੀ ਪੂਰਤੀ ਵੀ ਲਿਖਤ ਕੌਸ਼ਲ ਕਰਦਾ ਹੈ। ਫਿਰ ਉਸ ਤੋਂ ਬਾਅਦ ਆ ਜਾਂਦਾ ਬੱਚਿਆਂ ਵਿੱਚ ਕਲਪਿਤ ਵਿਚਾਰਾਂ ਨੂੰ ਲਿਖਤ ਰਾਹੀਂ ਪੈਦਾ ਕਰਨਾ। ਯਾਨੀ ਬੱਚੇ ਦੇ ਜੋ ਖਿਆਲਾਤ ਹੁੰਦੇ ਨੇ ਉਹਨਾਂ ਨੂੰ ਬੱਚੇ ਲਿਖ ਕੇ ਉਹ ਪ੍ਰਗਟ ਕਰ ਸਕਦੇ ਨੇ, ਕਿਸੇ ਸਾਹਮਣੇ ਰੱਖ ਸਕਦੇ ਨੇ। ਇਹ ਵੀ ਇੱਕ ਉਦੇਸ਼ ਦੀ ਪੂਰਤੀ ਦੇ ਲਈ ਲਿਖਤ ਕਾਰਜ ਜ਼ਰੂਰੀ ਹੋ ਜਾਂਦਾ ਹੈ। ਤੇ ਲਾਸਟ ਜਿਹੜਾ ਉਦੇਸ਼ ਦੱਸਿਆ ਗਿਆ ਹੈ ਜੋ ਲਿਖਤ ਕੌਸ਼ਲ ਦਾ, ਬੱਚਿਆਂ ਵਿੱਚ ਰਚਨਾਤਮਕ ਰੁਚੀਆਂ ਪੈਦਾ ਕਰਨਾ। ਇਹ ਬਹੁਤ ਇੰਪੋਰਟੈਂਟ ਹੈ ਤੇ ਇਸ ਤੋਂ ਸੰਬੰਧਿਤ ਪ੍ਰਸ਼ਨ ਜ਼ਿਆਦਾਤਰ ਪੁੱਛੇ ਜਾਂਦੇ ਨੇ ਕਿ ਸਰਜਨਸ਼ੀਲ ਜੋ ਬੱਚੇ ਹੁੰਦੇ ਨੇ ਤਾਂ ਉਹਨਾਂ ਦੇ ਅੰਦਰ ਇਸ ਪ੍ਰਕਾਰ ਦੀਆਂ ਆਦਤਾਂ ਹੁੰਦੀਆਂ ਨੇ। ਉਹ ਲਿਖਣ ਕੌਸ਼ਲ ਦੇ ਮਾਰਫਤ ਹੀ ਆਪਣੀ ਕੋਈ ਨਾ ਕੋਈ ਨਵਾਂ ਕਾਰਜ ਕਰਦੇ ਰਹਿੰਦੇ ਨੇ ਤੇ ਨਵੀਂ ਚੀਜ਼ ਬਣਾ ਕੇ ਉਹ ਆਪਣਾ ਤੇ ਆਪਣੇ ਗਿਆਨ ਦਾ ਵਾਧਾ ਕਰਦੇ ਨੇ, ਨਾਲ ਹੀ ਨਾਲ ਦੂਜਿਆਂ ਸਾਹਮਣੇ ਵੀ ਉਹ ਪ੍ਰੇਰਨਾ ਸਰੋਤ ਬਣ ਜਾਂਦੇ ਨੇ। ਤਾਂ ਇਹਨਾਂ ਪੁਆਇੰਟਾਂ ਤੇ ਆਧਾਰਿਤ ਹੀ ਆਪਾਂ ਨੂੰ ਪ੍ਰਸ਼ਨ ਪੁੱਛੇ ਜਾਣ ਵਾਲੇ ਨੇ। ਤਾਂ ਇਹ ਗੱਲਾਂ ਥੋੜ੍ਹੀਆਂ ਸਮਝਣ ਲਾਇਕ ਨੇ, ਇਹਨਾਂ ਨੂੰ ਸਮਝਿਆ ਜਾਵੇ। ਫਿਰ ਇਸ ਤੋਂ ਬਾਅਦ 'ਚ ਆਪਾਂ ਗੱਲ ਕਰਾਂਗੇ ਲਿਖਤ ਕੌਸ਼ਲ ਦਾ ਮਹੱਤਵ ਦੀ ਗੱਲ ਕਰਾਂਗੇ। ਯਾਨੀ ਜੋ ਲਿਖਣ ਕੌਸ਼ਲ ਹੈ ਉਸ ਦਾ ਮਹੱਤਵ ਕੀ ਹੈ। ਮਹੱਤਵ ਤੁਸੀਂ ਸਮਝਦੇ ਹੋਵੋਗੇ ਕਿ ਉਹ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦੀ ਜ਼ਰੂਰਤ ਸਾਨੂੰ ਮਹਿਸੂਸ ਹੁੰਦੀ ਹੈ। ਸਭ ਤੋਂ ਪਹਿਲੇ ਆ ਜਾਂਦਾ ਦੈਨਿਕ ਜੀਵਨ ਵਿੱਚ ਲੋੜ। ਯਾਨੀ ਸਾਡੇ ਰੋਜ਼ਾਨਾ ਦੇ ਜਿਹੜੇ ਕੰਮ ਨੇ ਉਹਨਾਂ ਦੇ ਅੰਦਰ ਲਿਖਤ ਕੌਸ਼ਲ ਹੈ ਕਿਵੇਂ ਮਦਦ ਕਰਦਾ ਹੈ। ਸਾਡੇ ਦੈਨਿਕ ਜੀਵਨ ਵਿੱਚ ਲਿਖਤ ਦਾ ਬਹੁਤ ਹੀ ਵੱਡਾ ਮਹੱਤਵ ਹੈ। ਯਾਨੀ ਜੋ ਲਿਖਤ ਕਾਰਜ ਹੈ, ਅਸੀਂ ਜੋ ਲਿਖਦੇ ਹਾਂ ਉਹਦੇ ਸਾਡੇ ਨਿੱਜੀ ਪਰਸਨਲ ਲਾਈਫ ਦੇ ਅੰਦਰ ਬਹੁਤ ਹੀ ਵੱਡਾ ਯੋਗਦਾਨ ਹੁੰਦਾ ਹੈ। ਸਾਨੂੰ ਆਪਣੇ ਕਾਰਜ ਕਰਦੇ ਸਮੇਂ ਬਹੁਤ ਵਾਰ ਲਿਖਣ ਦੀ ਲੋੜ ਪੈਂਦੀ ਹੈ। ਸਗੋਂ ਬਹੁਤ ਵਾਰ ਨਹੀਂ, ਅਕਸਰ ਹੀ ਲਿਖਣ ਦੀ ਲੋੜ ਪੈਂਦੀ ਹੈ। ਅਸੀਂ ਜਿੰਨੇ ਵੀ ਦਿਨ 'ਚ ਕੰਮ ਕਰਦੇ ਹਾਂ ਵਧੇਰੇ ਕੰਮ ਨੇ ਜਿਹੜੇ ਉਹ ਅਸੀਂ ਆਪਣੇ ਡਾਇਰੀ ਦੇ ਉੱਪਰ ਨੋਟ ਕਰਦੇ ਹਾਂ ਜਾਂ ਫਿਰ ਆਪਣੇ ਕੰਮ ਨੇ ਜਿਹੜੇ ਉਹ ਲਿਖਤ ਰਾਹੀਂ ਉਹਨਾਂ ਨੂੰ ਪ੍ਰਵਾਨ ਕਰਦੇ ਹਾਂ, ਸਿਰੇ ਚੜਾਉਂਦੇ ਹਾਂ। ਇਸ ਸਮੇਂ ਲਿਖਤ ਕੌਸ਼ਲ ਸਾਡੇ ਕਾਰਜ ਨੂੰ ਵਧੇਰੇ ਉਘੇੜਨ ਦਾ ਕੰਮ ਕਰਦੀ ਹੈ। ਯਾਨੀ ਇਹੋ ਜਿਹੇ ਮੌਕਿਆਂ 'ਤੇ ਫਿਰ ਜਿਹੜੇ ਲਿਖਤ ਕੌਸ਼ਲ ਹੈ ਉਹ ਸਾਡੇ ਕੰਮ ਨੂੰ ਹੈ ਜਿਹੜਾ ਹੋਰ ਸਾਰਥਕ ਸਿੱਧ ਕਰ ਦਿੰਦੀ ਹੈ। ਕਿਉਂਕਿ ਸਹੀ ਤਰੀਕੇ ਨਾਲ ਜੇਕਰ ਲਿਖਣਾ ਆਉਂਦਾ ਹੈ ਤਾਂ ਹੀ ਅਸੀਂ ਆਪਣੀ ਗੱਲ ਨੂੰ ਠੀਕ ਠੀਕ ਲਿਖ ਕੇ ਕਿਸੇ ਸਾਹਮਣੇ ਪੇਸ਼ ਕਰ ਸਕਦੇ ਹਾਂ ਜਾਂ ਫਿਰ ਸੰਭਾਲ ਕੇ ਰੱਖ ਸਕਦੇ ਹਾਂ। ਫਿਰ ਇਸ ਤੋਂ ਬਾਅਦ 'ਚ ਇੱਕ ਹੋਰ ਮਹੱਤਵ ਆ ਜਾਂਦਾ ਹੈ ਇਤਿਹਾਸਿਕ ਪ੍ਰਲੇਖ ਵਜੋਂ। ਇਹ ਤਾਂ ਤੁਸੀਂ ਸਮਝਦੇ ਹੀ ਹੋਵੋਗੇ, ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਲੰਬੇ ਟਾਈਮ ਤੱਕ ਸੰਭਾਲ ਕੇ ਰੱਖਣੀਆਂ ਹੁੰਦੀਆਂ ਨੇ, ਉਹਨਾਂ ਲਈ ਲਿਖਤ ਕਾਰਜ ਹੀ ਇੰਪੋਰਟੈਂਟ ਹੁੰਦਾ ਹੈ। ਯਾਨੀ ਉਹਨਾਂ ਨੂੰ ਲਿਖ ਕੇ ਹੀ ਸੰਭਾਲਿਆ ਜਾ ਸਕਦਾ ਹੈ। ਅਜੋਕੇ ਦੌਰ ਵਿੱਚ ਮਨੁੱਖੀ ਕਾਰਜਾਂ ਦਾ ਬਹੁਤ ਫੈਲਾਵ ਹੋ ਗਿਆ। ਯਾਨੀ ਜਿਹੜੇ ਇਨਸਾਨੀ ਕੰਮ ਨੇ ਉਹ ਬਹੁਤ ਜ਼ਿਆਦਾ ਵੱਧ ਗਏ ਨੇ। ਅੱਜ ਕੱਲ੍ਹ ਦੇ ਸਮੇਂ ਦੀ ਜੇਕਰ ਗੱਲ ਕਰੀਏ, ਅਸੀਂ ਆਪਣੇ ਕਾਰਜਾਂ ਨੂੰ ਯਾਦ ਸ਼ਕਤੀ ਵਿੱਚ ਪੂਰੀ ਤਰ੍ਹਾਂ ਨਹੀਂ ਰੱਖ ਸਕਦੇ। ਇਸ ਲਈ ਆਉਣ ਵਾਲੇ ਸਮੇਂ ਲਈ ਉਸ ਨੂੰ ਸੰਭਾਲ ਕੇ ਰੱਖਣ ਦੇ ਤੌਰ 'ਤੇ ਵੀ ਲਿਖਤ ਕੌਸ਼ਲ ਦੀ ਵਰਤੋਂ ਮਹੱਤਵ ਰੱਖਦੀ ਹੈ। ਹੁਣ ਹੁੰਦਾ ਇਹ ਹੈ ਸਾਥੀਓ ਕਿ ਜੇਕਰ ਆਪਾਂ ਜ਼ੁਬਾਨੀ ਹੀ ਸਾਰੀਆਂ ਗੱਲਾਂ ਸੰਭਾਲ ਕੇ ਰੱਖੀਏ ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਅਸੀਂ ਭੁੱਲ ਜਾਵਾਂਗੇ ਜਾਂ ਫਿਰ ਉਹਨਾਂ ਦੇ ਅੰਦਰ ਕੁਝ ਬਦਲਾਵ ਹੋ ਜਾਏਗਾ। ਪਰ ਜੇਕਰ ਲਿਖੀਆਂ ਗਈਆਂ ਗੱਲਾਂ ਹੋਣ ਤਾਂ ਠੀਕ ਉਸੇ ਰੂਪ ਦੇ ਅੰਦਰ ਸੰਭਾਲੀਆਂ ਜਾ ਸਕਦੀਆਂ ਨੇ। ਜੋ ਗੱਲ ਅੱਜ ਲਿਖ ਦਿੱਤੀ ਗਈ, ਚਾਹੇ ਉਹਨੂੰ ਤੁਸੀਂ 10 ਵਰ੍ਹੇ ਬਾਅਦ ਚਾਹੇ 50 ਵਰ੍ਹੇ ਬਾਅਦ ਉਸ ਨੂੰ ਸੰਭਾਲੋਗੇ ਉਵੇਂ ਹੀ ਤੁਹਾਨੂੰ ਮਿਲ ਜਾਏਗੀ। ਪਰ ਜੇਕਰ ਉਸ ਗੱਲ ਨੂੰ ਅਸੀਂ ਜ਼ੁਬਾਨੀ ਰੱਖਣਾ ਚਾਹੀਏ ਤਾਂ ਫਿਰ ਉਹ ਸੰਭਵ ਨਹੀਂ ਹੈ, ਉਹਦੇ ਅੰਦਰ ਬਦਲਾਵ ਆ ਜਾਏਗਾ। ਕਿਉਂਕਿ ਟਾਈਮ ਦੇ ਅਨੁਸਾਰ ਅਸੀਂ ਉਹ ਸ਼ਬਦ ਨੇ ਜਿਹੜੇ ਕੁਝ ਭੁੱਲ ਜਾਂਦੇ ਹਾਂ ਅਤੇ ਕੁਝ ਨਵੇਂ ਸ਼ਾਮਿਲ ਕਰ ਲੈਂਦੇ ਹਾਂ। ਇਸ ਲਈ ਲਿਖਤ ਕੌਸ਼ਲ ਦਾ ਮਹੱਤਵ ਹੈ ਜਿਹੜਾ ਹੋਰ ਵੱਧ ਜਾਂਦਾ ਹੈ। ਫਿਰ ਉਸ ਤੋਂ ਬਾਅਦ 'ਚ ਆਪਣੇ ਕੋਲ ਜਿਹੜਾ ਆ ਜਾਂਦਾ ਹੈ ਉਸ ਦੇ ਅੰਦਰ ਆ ਜਾਂਦਾ ਹੈ ਗਿਆਨ ਭੰਡਾਰ ਸੰਭਾਲਣਾ। ਅਗਲਾ ਪੁਆਇੰਟ ਹੈ ਗਿਆਨ ਭੰਡਾਰ ਸੰਭਾਲਣਾ। ਸਾਡੇ ਪਿਛੋਕੜ ਨੂੰ ਸੰਭਾਲਣ ਲਈ ਵੀ ਲਿਖਤ ਦੀ ਹੀ ਲੋੜ ਹੁੰਦੀ ਹੈ। ਪੁਰਾਤਨ ਕਿਰਤਾਂ ਨੂੰ ਉਸੇ ਰੂਪ ਵਿੱਚ ਸੰਭਾਲਣ ਲਈ ਲਿਖਤ ਹੀ ਇੱਕ ਉਪਯੋਗੀ ਸਾਧਨ ਹੈ। ਇਸੇ ਕਰਮਾਂ ਅਨੁਸਾਰ ਸਾਨੂੰ ਪੁਰਾਤਨ ਗ੍ਰੰਥ ਇਤਿਹਾਸ ਦੀ ਯਾਦ ਕਰਾਉਂਦੇ ਨੇ। ਹੁਣ ਇੱਕ ਇਸ ਦੇ ਅੰਦਰ ਇੰਪੋਰਟੈਂਟ ਜਿਹੜਾ ਮਹੱਤਵ ਹੈ ਲਿਖਤ ਕੌਸ਼ਲ ਦਾ ਉਹ ਇਹ ਹੋ ਜਾਂਦਾ ਹੈ ਕਿ ਸਾਡਾ ਗਿਆਨ ਭੰਡਾਰ ਹੈ ਉਹ ਵੀ ਸੰਭਾਲਿਆ ਗਿਆ ਹੈ। ਯਾਨੀ ਜਿੰਨੇ ਵੀ ਪੁਰਾਣੇ ਗ੍ਰੰਥ ਨੇ
ਉਹਨਾਂ ਦੇ ਅੰਦਰ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਨੇ ਉਹ ਲਿਖਤ ਦੇ ਰਾਹੀਂ ਸਾਡੇ ਤੱਕ ਪਹੁੰਚੀਆਂ ਨੇ, ਜਿਹੜੀਆਂ ਸਾਡੇ ਗਿਆਨ ਦੇ ਅੰਦਰ ਇਜ਼ਾਫਾ ਕਰਦੀਆਂ ਨੇ। ਜੇਕਰ ਉਹ ਲਿਖੀਆਂ ਗਈਆਂ ਨਾ ਹੁੰਦੀਆਂ ਤਾਂ ਅਸੀਂ ਉਸ ਗਿਆਨ ਤੋਂ ਹੀਨ ਹੋ ਜਾਂਦੇ, ਉਸ ਤੋਂ ਵਾਂਝੇ ਹੋ ਜਾਂਦੇ। ਇਸ ਲਈ ਸਾਡੇ ਗਿਆਨ ਭੰਡਾਰ ਨੂੰ ਵੀ ਸੰਭਾਲਣ ਦਾ ਲਿਖਤ ਕੌਸ਼ਲ ਕੰਮ ਕਰਦਾ ਹੈ, ਇਸ ਦਾ ਮਹੱਤਵ ਵੱਧ ਜਾਂਦਾ ਹੈ। ਫਿਰ ਉਸ ਤੋਂ ਬਾਅਦ 'ਚ ਆਪਣੇ ਕੋਲ ਇੱਕ ਹੋਰ ਆ ਜਾਂਦਾ ਹੈ ਭਾਸ਼ਾ ਨੂੰ ਅਮਰ ਕਰਨਾ। ਅਮਰ ਕਰਨਾ ਯਾਨੀ ਅਮੀਰ ਬਣਾ ਦੇਣਾ। ਲਿਖਣ ਕੌਸ਼ਲ ਹੀ ਭਾਸ਼ਾ ਨੂੰ ਸਥਾਈ ਰੂਪ ਪ੍ਰਦਾਨ ਕਰਦਾ ਹੈ, ਯਾਨੀ ਉਸ ਨੂੰ ਲਿਖਤ ਕੌਸ਼ਲ ਹੈ ਜਿਹੜਾ ਉਸ ਨੂੰ ਪਰਮਾਨੈਂਟ ਬਣਾ ਦਿੰਦਾ ਹੈ, ਹਮੇਸ਼ਾ ਦੇ ਲਈ ਉਹ ਉਸੇ ਤਰੀਕੇ ਨਾਲ ਆਪਾਂ ਨੂੰ ਮਿਲ ਜਾਂਦੀ ਹੈ। ਕਈ ਪੁਰਾਤਨ ਭਾਸ਼ਾਵਾਂ ਨੂੰ ਲਿਖਣ ਦੁਆਰਾ ਹੀ ਅੱਜ ਤੱਕ ਸੰਭਾਲ ਕੇ ਉਸੇ ਰੂਪ ਵਿੱਚ ਰੱਖਿਆ ਗਿਆ ਹੈ। ਯਾਨੀ ਪੁਰਾਣੀਆਂ ਜਿਹੜੀਆਂ ਭਾਸ਼ਾਵਾਂ ਨੇ, ਲੈਂਗੁਏਜ ਨੇ, ਉਹਨਾਂ ਨੂੰ ਲਿਖਤ ਰਾਹੀਂ ਹੀ ਅੱਜ ਤੱਕ ਸੰਭਾਲ ਕੇ ਰੱਖਿਆ ਜਾ ਸਕਿਆ। ਜੇਕਰ ਲਿਖੀਆਂ ਗਈਆਂ ਨਾ ਹੁੰਦੀਆਂ ਤਾਂ ਸ਼ਾਇਦ ਉਹ ਭਾਸ਼ਾਵਾਂ ਜਾਂ ਤਾਂ ਖਤਮ ਹੋ ਜਾਂਦੀਆਂ ਜਾਂ ਫਿਰ ਕਿਸੇ ਹੋਰ ਭਾਸ਼ਾ ਦੇ ਅੰਦਰ ਮਿਕਸ ਹੋ ਚੁੱਕੀਆਂ ਹੁੰਦੀਆਂ, ਜਾਂ ਇਉਂ ਕਹੀਏ ਕਿ ਉਹਦੇ ਬਹੁਤ ਸਾਰੇ ਸ਼ਬਦ ਅੱਖਰ ਖਤਮ ਹੋ ਚੁੱਕੇ ਹੁੰਦੇ। ਜੇਕਰ ਇਹ ਲਿਖਤ ਨਾ ਹੁੰਦੀ ਤਾਂ ਭਾਸ਼ਾ ਦਾ ਉਹ ਰੂਪ ਅੱਜ ਬਦਲ ਗਿਆ ਹੁੰਦਾ। ਯਾਨੀ ਜਿਹੜਾ ਅਜੋਕਾ ਰੂਪ ਸਾਨੂੰ ਦੇਖਣ ਨੂੰ ਮਿਲ ਰਿਹਾ ਤਾਂ ਇਹ ਹੋ ਸਕਦਾ ਹੈ ਇਹ ਅੱਜ ਸਾਡੇ ਸਾਹਮਣੇ ਨਾ ਹੁੰਦਾ ਜੇਕਰ ਲਿਖਤ ਨਾ ਹੁੰਦੀ ਉਸ ਵੇਲੇ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਸਾਥੀਓ ਇੱਕ ਹੋਰ ਪੁਆਇੰਟ ਆ ਜਾਂਦਾ ਹੈ ਸਵੈ ਪ੍ਰਗਟਾਵੇ ਲਈ ਲਿਖਤ ਕੌਸ਼ਲ ਦਾ ਮਹੱਤਵ। ਜੋ ਸ਼ਬਦ ਅਸੀਂ ਕਿਸੇ ਨੂੰ ਕਹਿਣ ਤੋਂ ਸੰਗਦੇ ਹਾਂ ਜਾਂ ਅਸਮਰਥ ਮਹਿਸੂਸ ਕਰਦੇ ਹਾਂ, ਉਸ ਨੂੰ ਅਸੀਂ ਆਪਣੀ ਲਿਖਤ ਰਾਹੀਂ ਉਸ ਸਾਹਮਣੇ ਵਿਅਕਤ ਕਰ ਸਕਦੇ ਹਾਂ। ਲਿਖਤ ਕੌਸ਼ਲ ਸਵੈ ਪ੍ਰਗਟਾਵੇ ਦਾ ਉੱਤਮ ਸਾਧਨ ਹੈ। ਯਾਨੀ ਲਿਖਤ ਕੌਸ਼ਲ ਹੈ ਜਿਹੜਾ ਸਾਥੀ ਉਹ ਸਵੈ ਪ੍ਰਗਟਾਵੇ ਦਾ ਵੀ ਉੱਤਮ ਸਾਧਨ ਹੈ। ਉੱਤਮ ਸਾਧਨ ਕਿਵੇਂ ਹੋਏਗਾ ਕਿ ਅਸੀਂ ਜੋ ਆਪਣੇ ਵਿਚਾਰ ਨੇ, ਸਾਡੇ ਖਿਆਲ ਨੇ, ਉਹ ਕਿਸੇ ਸਾਹਮਣੇ ਰੱਖਣੇ ਨੇ ਤਾਂ ਕਈ ਵਾਰ ਅਸੀਂ ਸੰਗਦੇ ਹੋਏ ਉਸ ਨੂੰ ਗੱਲ ਨਹੀਂ ਕਹਿ ਸਕਦੇ, ਜਾਂ ਕੁਝ ਕੰਡੀਸ਼ਨਾਂ ਹੁੰਦੀਆਂ ਨੇ ਕਿ ਅਸੀਂ ਉਸ ਨੂੰ ਉਸ ਤਰੀਕੇ ਦੀ ਗੱਲ ਨਹੀਂ ਕਿਸੇ ਦੇ ਸਾਹਮਣੇ ਕਹਿਣਾ ਚਾਹੁੰਦੇ ਜੋ ਅਸੀਂ ਇਹ ਸਮਝਾਂਗੇ ਕਿ ਅਗਲੇ ਦਾ ਅਪਮਾਨ ਹੋਏਗਾ ਜਾਂ ਸਤਿਕਾਰ ਨਹੀਂ ਹੋ ਸਕੇਗਾ। ਤਾਂ ਐਸੀ ਕੰਡੀਸ਼ਨ ਦੇ ਅੰਦਰ ਅਸੀਂ ਆਪਣੀ ਗੱਲ ਹੈ ਜਿਹੜੀ ਲਿਖ ਕੇ ਅਗਲੇ ਨੂੰ ਅਸੀਂ ਇੱਕ ਗੋਪਨੀय ਤਰੀਕੇ ਨਾਲ ਸਮਝਾ ਦਿੰਦੇ ਹਾਂ ਅਤੇ ਅਗਲਾ ਸਮਝ ਵੀ ਜਾਂਦਾ ਹੈ। ਇਸ ਲਈ ਸਵੈ ਪ੍ਰਗਟਾਵੇ ਦੀ ਜਿਹੜੀ ਲੋੜ ਹੈ ਉਸ ਦੇ ਲਈ ਵੀ ਲਿਖਤ ਕੌਸ਼ਲ ਹੈ ਜਿਹੜਾ ਉਹ ਇੱਕ ਅਹਿਮ ਯੋਗਦਾਨ ਦਿੰਦਾ ਹੈ। ਇਹ ਕੁਝ ਉਹ ਗੱਲਾਂ ਸਨ ਜਿਹੜੀਆਂ ਲਿਖਤ ਕੌਸ਼ਲ ਨੂੰ ਅਸੀਂ ਇਹ ਕਹੀਏ ਕਿ ਜ਼ਰੂਰੀ ਹੋ ਜਾਂਦੀਆਂ ਨੇ ਸਾਡੇ ਜੀਵਨ ਦੇ ਅੰਦਰ, ਸਾਡੀ ਲਾਈਫ ਦੇ ਅੰਦਰ, ਸਾਡੇ ਪਾਠ ਦੇ ਅੰਦਰ। ਤਾਂ ਇਹ ਸਨ ਸਾਥੀਓ 4 ਕੌਸ਼ਲ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕੀਤੀ, ਜਿਨ੍ਹਾਂ ਦੇ ਅੰਦਰ ਬੋਲਚਾਲ ਦਾ ਕੌਸ਼ਲ, ਸੁਣਨ ਦਾ ਕੌਸ਼ਲ, ਪੜ੍ਹਨ ਦਾ ਕੌਸ਼ਲ ਅਤੇ ਲਿਖਣ ਦਾ ਕੌਸ਼ਲ। ਇਹ 4 ਕੌਸ਼ਲ ਜਿਨ੍ਹਾਂ ਨੂੰ ਸਕਿੱਲ ਕਹਿ ਦਿੰਦੇ ਨੇ, ਇਹਨਾਂ ਦੀ ਗੱਲ ਬਾਤ ਕੀਤੀ। ਇਹਨਾਂ ਦੇ ਅੰਦਰ ਉਹ ਪ੍ਰਸ਼ਨ ਆਉਣਾ ਲਾਜ਼ਮੀ ਹੈ। ਹਰ ਹਾਲਤ ਗਰੰਟੀਸ਼ੁਦਾ ਪ੍ਰਸ਼ਨ ਆਏਗਾ, ਚਾਹੇ 1 ਪ੍ਰਸ਼ਨ ਆਵੇ ਚਾਹੇ 2 ਆਵੇ, ਪਰ ਪ੍ਰਸ਼ਨ ਜ਼ਰੂਰ ਆਏਗਾ। ਇਸ ਲਈ ਇਸ ਟੌਪਿਕ ਨੂੰ ਚੰਗੇ ਤਰੀਕੇ ਨਾਲ ਸਮਝ ਲੈਣਾ, ਪੁਆਇੰਟ ਟੂ ਪੁਆਇੰਟ ਪੜ੍ਹ ਲੈਣਾ, ਇਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਰੱਟਾ ਲਗਾ ਕੇ ਇਹਨਾਂ ਤੋਂ ਪਾਰ ਨਹੀਂ ਪਾ ਸਕਦੇ। ਹੋ ਸਕਦਾ ਤੁਹਾਨੂੰ ਸ਼ਬਦਾਵਲੀ ਬਦਲ ਕੇ ਪੁਆਇੰਟ ਮਿਲ ਜਾਣ। ਵਧੇਰੇ ਸੰਭਾਵਨਾ ਇਹ ਹੈ ਕਿ ਜਿਹੜੇ ਇਹ ਪੁਆਇੰਟ ਦਿੱਤੇ ਗਏ ਨੇ ਇਹ ਹੀ ਆਪ ਨੂੰ ਵਿਕਲਪ ਦੇ ਅੰਦਰ ਮਿਲਣ ਵਾਲੇ ਨੇ। ਇਹ ਜੋ ਪੁਆਇੰਟ ਦਿੱਤੇ ਹੋਏ ਹੈ ਨਾ, ਇਹ ਆਪ ਨੂੰ ਵਿਕਲਪ ਦੇ ਅੰਦਰ ਮਿਲ ਜਾਣਗੇ। ਜ਼ਿਆਦਾਤਰ ਸੰਭਾਵਨਾ ਇਸ ਪ੍ਰਕਾਰ ਦੀ ਹੈ। ਤਾਂ ਮੈਨੂੰ ਆਸ ਹੈ ਕਿ ਆਪ ਨੂੰ ਇਹ ਜੋ ਗੱਲਾਂ ਅੱਜ ਦੀ ਇਸ ਕਲਾਸ ਦੇ ਅੰਦਰ ਕੀਤੀਆਂ, ਇਸ ਲੈਕਚਰ ਦੇ ਅੰਦਰ, ਉਹ ਆਪ ਦੇ ਲਈ ਮਦਦਗਾਰ ਸਿੱਧ ਹੋਣਗੀਆਂ। ਐਸੇ ਤਰੀਕੇ ਨਾਲ ਮਿਹਨਤ ਜਾਰੀ ਰੱਖੋ, ਜਲਦ ਆਪ ਨੂੰ ਕਾਮਯਾਬੀ ਮਿਲੇ। ਇਹ ਸਭ ਅਰਦਾਸਾਂ ਸਹਿ ਸਟੱਡੀ YouTube ਚੈਨਲ ਕਰਦਾ ਹੈ। ਅਗਲੀ ਕਲਾਸ ਦੇ ਅੰਦਰ ਇੱਕ ਹੋਰ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਵਾਂਗਾ। ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।